ਰੋਜ਼ਾਨਾ ਲੋਕ ਨਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਤੇ ਭਾਰਤ ਦੀ ਸਿਆਸਤ ਦੇ ਨਾਲ ਜਿਹੜੀ ਇੱਕ ਵੱਡੀ ਤੇ ਅਹਿਮ ਖਬਰ। ਕੱਲ ਤੋਂ ਚਰਚਾ ਛਿੜੀ ਹੋਈ ਹੈ ਜਿਹੜਾ BSF ਨੂੰ ਅਧਿਕਾਰ ਖੇਤਰ ਜਿਹੜਾ ਉਹਨਾਂ ਦਾ ਵਧਾ ਦਿੱਤਾ ਗਿਆ। ਬਾਰਡਰ ਤੋਂ ਲੈ ਕੇ 15 ਕਿਲੋਮੀਟਰ ਤੱਕ ਦਾ ਪਹਿਲਾਂ ਉਹਨਾਂ ਦਾ ਅਧਿਕਾਰ ਖੇਤਰ ਸੀ ਤੇ ਹੁਣ ਵਧਾ ਕੇ ਕੇਂਦਰ ਸਰਕਾਰ ਦੇ ਵੱਲੋਂ 50 ਕਿਲੋਮੀਟਰ ਤੱਕ ਦਾ ਜਿਹੜਾ ਕਰ ਦਿੱਤਾ ਗਿਆ। ਉਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਬਵਾਲ ਮਚਿਆ ਹੋਇਆ, ਜਿੱਥੇ ਵੱਖ-ਵੱਖ ਵਿਰੋਧੀ ਪਾਰਟੀਆਂ ਤੇ ਪੰਜਾਬ ਸਰਕਾਰ ਜਿਹੜਾ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਿਆ ਕਰ ਰਹੀ ਹੈ, ਤਾਂ ਉੱਥੇ ਹੀ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਇਸ ਦੀ ਵਕਾਲਤ ਕਰਦੇ ਹੋਏ ਨਜ਼ਰ ਆ ਰਹੇ ਨੇ। ਨਾਲ ਹੀ ਨਾਲ ਉਹਨਾਂ ਨੇ ਆਪਣੇ ਇੱਕ ਫੌਜੀ ਹੋਣ ਦੇ ਬਾਰੇ ਵੀ ਗੱਲਬਾਤ ਕਹੀ ਹੈ ਕਿ ਫੌਜੀ ਹੋਣ ਦੇ ਨਾਤੇ ਉਹਨਾਂ ਨੂੰ ਜ਼ਿਆਦਾ ਜਾਣਕਾਰੀ ਹੈ, ਤਾਂ ਇਸ ਕਰਕੇ ਸੁਰੱਖਿਆ ਦੇ ਲਿਹਾਜ਼ ਦੇ ਨਾਲ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਵਕਾਲਤ ਕੀਤੀ ਹੈ। ਤੇ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਿ ਇਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਸੀ ਹੋਣਾ ਚਾਹੀਦਾ। ਜਿੱਥੇ ਸਰਕਾਰ ਨਿੰਦਾ ਕਰਦੀ ਹੈ ਤਾਂ ਉੱਥੇ ਹੀ ਸਰਕਾਰ ਦੇ ਮੰਤਰੀ ਪ੍ਰਗਟ ਸਿੰਘ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਗਾ ਰਹੇ ਨੇ ਕਿ BJP ਦੇ ਨਾਲ ਰਲ ਕੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਰਾਸ਼ਟਰਪਤੀ ਰਾਜ ਵੱਲ ਲਿਜਾ ਰਹੇ ਨੇ। ਇਸ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦੇ ਹੈ ਕਿ ਸਟੇਟ ਦੀ ਜਿਹੜੀ ਸਥਿਤੀ ਆ ਉਹ ਠੀਕ ਨਹੀਂ, ਜਿਸ ਦੇ ਕਰਕੇ ਸਟੇਟ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਪੂਰੇ ਮਾਮਲੇ ਤੇ ਇੱਕ ਪੁਆਇੰਟ ਦੇ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਮਾਮਲੇ ਦੀ ਸੱਚਾਈ ਕੀ ਹੈ, ਕਿੰਨੀ ਕੁ ਲੋੜ ਸੀ BSF ਦਾ ਅਧਿਕਾਰ ਖੇਤਰ ਵਧਾਉਣ ਦੇ ਲਈ, ਤਾਂ ਵਾਕਈ ਲੋੜ ਸੀ ਜਾਂ ਫਿਰ ਸਿਰਫ ਸਿਆਸੀ ਤੌਰ ਤੇ BSF ਨੂੰ ਵਰਤਿਆ ਜਾ ਰਿਹਾ ਕੇਂਦਰ ਸਰਕਾਰ ਦੇ ਵੱਲੋਂ। ਇਸ ਪੂਰੇ ਮਾਮਲੇ ਦੀ ਸੱਚਾਈ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਰਾਜਨੀਤਿਕ ਸਮੀਕਰਨ ਕਿਸ ਤਰੀਕੇ ਨਾਲ ਬਦਲਣਗੇ। BJP ਨੂੰ ਇਹਦੇ ਨਾਲ ਕੋਈ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ, ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਕਿੰਨਾ ਕੁ ਫਾਇਦਾ ਜਾਂ ਨੁਕਸਾਨ ਹੋਵੇਗਾ, ਇਹਨਾਂ ਸਾਰੀਆਂ ਗੱਲਾਂ ਤੇ ਗੱਲਬਾਤ ਕਰਾਂਗੇ ਤੇ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਮਾਮਲਾ ਕੁਝ ਹੋਰ ਹੈ। ਇਹਨਾਂ ਪੂਰੇ ਮਾਮਲਿਆਂ ਤੇ ਗੱਲਬਾਤ ਕਰਨ ਲਈ ਰਾਜਨੀਤੀ ਸ਼ਾਸਤਰ ਦੇ ਉੱਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ। ਸਰ, ਸਵਾਗਤ ਹੈ ਜੀ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਸੁਖਵਿੰਦਰ ਸਿੰਘ ਜੀ, ਸ਼ੁਕਰੀਆ। ਸਰ, ਕੱਲ ਤੋਂ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ, 15 ਕਿਲੋਮੀਟਰ ਦਾ ਅਧਿਕਾਰ ਖੇਤਰ ਵਧਾ ਕੇ BSF ਦਾ ਹੁਣ 50 ਕਿਲੋਮੀਟਰ ਦਾ ਜਿਹੜਾ ਕਰ ਦਿੱਤਾ ਗਿਆ। ਇਸ ਤੇ ਜਿਹੜਾ ਸਿਆਸੀ ਬਵਾਲ ਮਚਿਆ ਹੋਇਆ ਉਹਦੇ ਤੇ ਚਰਚਾ ਆਪਾਂ ਬਾਅਦ ਚ ਕਰਦੇ ਹਾਂ। ਪਹਿਲਾਂ ਤਾਂ ਕੇਂਦਰ ਸਰਕਾਰ ਦੇ ਇਸ ਐਕਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਾਫੀ ਲੰਬਾ ਤੁਹਾਡਾ ਐਕਸਪੀਰੀਅੰਸ ਹੈ, ਕਾਫੀ ਜ਼ਿਆਦਾ ਤੁਸੀਂ ਇਸ ਬਾਰੇ ਜਾਣਕਾਰੀ ਰੱਖਦੇ ਹੋ। ਤੁਸੀਂ ਜਿਹੜਾ ਆਪਣੀ ਜਾਣਕਾਰੀ, ਕੀਮਤੀ ਵਿਚਾਰ ਜਿਹੜੇ ਆ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ ਕਿ ਇਸ ਐਕਸ਼ਨ ਨੂੰ ਕਿਵੇਂ ਦੇਖਦੇ ਹੋ? ਬਾਕੀ ਇਸ ਐਕਸ਼ਨ ਦੀ ਜ਼ਰੂਰਤ ਸੀ ਜਾਂ ਫਿਰ ਦੇ ਵਿੱਚ ਇਸ ਨੂੰ ਵਰਤਣ ਦੀ ਕੋਸ਼ਿਸ਼ ਹੈ? ਸੁਖਵਿੰਦਰ, ਦੇਖੋ ਗੱਲ ਇਹ ਆ ਕਿ ਪਹਿਲਾਂ ਤੇ ਆਪਾਂ ਇਹ ਗੱਲ ਕਰੀਏ ਕਿ ਜਿਹੜਾ ਲਾ ਐਂਡ ਆਰਡਰ ਦਾ ਸਬਜੈਕਟ ਹੈ ਉਹ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਤੇ ਜਿਹੜੀ ਮੁਲਕ ਦੀ ਡਿਫੈਂਸ ਹੈਗੀ ਆ, ਬਾਰਡਰ ਦੀ ਸਿਕਿਉਰਿਟੀ ਹੈਗੀ ਆ, ਉਹ ਸੈਂਟਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਹਾਂਜੀ, ਚਾਹੇ ਟੈਕਨੀਕਲੀ ਸੈਂਟਰ ਗਵਰਨਮੈਂਟ ਇਸ ਕਿਸਮ ਦੇ ਫੈਸਲੇ ਲੈਣ ਦੀ ਸੂਰਤ ਵਿੱਚ ਹੁੰਦੀ ਹੈ ਕਿ ਤੁਸੀਂ ਅਧਿਕਾਰ ਖੇਤਰ ਵਧਾ ਕੇ 15 ਤੋਂ 50 ਕਿਲੋਮੀਟਰ ਕਰ ਦੇਵੋ, ਪਰ ਜੇ ਧਿਆਨ ਨਾਲ ਦੇਖੀਏ ਨਾ ਕਿ ਇਹਦੇ ਪੰਜਾਬ ਵਰਗੇ ਸੂਬੇ ਲਈ ਕੀ ਮਾਇਨੇ ਨੇ, ਉਹ ਬਹੁਤ ਮਹੱਤਵਪੂਰਨ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਪੰਜਾਬ ਵਰਗਾ ਸੂਬਾ ਜਿਹਦਾ ਬਹੁਤ ਥੋੜਾ ਜਿਹਾ ਖੇਤਰ ਹੈ, ਜਿਹਦੀ 550 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ, ਤੇ ਜੇ 550 ਕਿਲੋਮੀਟਰ ਦੀ ਸਰਹੱਦ ਵਾਲੇ ਸੂਬੇ ਦਾ 50 ਕਿਲੋਮੀਟਰ ਦਾ ਏਰੀਆ ਤੁਸੀਂ BSF ਦੇ ਅਧਿਕਾਰ ਖੇਤਰ ਵਿੱਚ ਦੇ ਦਿੰਦੇ ਹੋ, ਫਿਰ ਜਿਵੇਂ ਕਿ ਲੋਕਾਂ ਨੇ ਕੈਲਕੂਲੇਸ਼ਨਾਂ ਕਰਕੇ ਸਾਨੂੰ ਦੱਸਿਆ, ਪੰਜਾਬ ਦਾ ਲਗਭਗ ਅੱਧਾ ਹਿੱਸਾ BSF ਦੇ ਕੰਟਰੋਲ ਵਿੱਚ ਚਲਿਆ ਜਾਂਦਾ, ਜਿਹਦਾ ਮੈਨਾਂ ਇਹ ਹੋਇਆ ਕਿ ਪੰਜਾਬ ਵਰਗੇ ਸੂਬੇ ਦਾ ਜਿਹੜਾ ਇਹ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ ਅਧਿਕਾਰ ਖੇਤਰ ਹੈ ਉਹ ਤਾਂ ਬਚ ਹੀ ਨਹੀਂ ਜਾਂਦਾ ਜੇ ਅੱਧੇ ਤੋਂ ਵੱਧ ਹਿੱਸਾ BSF ਕੋਲ ਚਲਿਆ ਗਿਆ। ਇਸ ਕਰਕੇ ਇਹਦਾ ਮੀਨਿੰਗ ਬੜਾ ਪੰਜਾਬ ਵਰਗੇ ਛੋਟੇ ਸੂਬੇ ਲਈ ਬੜਾ ਵਿਲੱਖਣ ਕਿਸਮ ਦਾ, ਬੜਾ ਅਲੱਗ ਕਿਸਮ ਦਾ। ਦੂਜੀ ਚੀਜ਼ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਸਵਾਲ ਬੇਸਿਕਲੀ ਸਾਡੇ ਦਿਮਾਗ 'ਚ ਇਹ ਆਉਂਦਾ ਹੈ ਕਿ ਕੀ ਭਾਈ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰਨ ਦੀ ਕੋਈ ਲੋੜ ਸੀਗੀ ਜਿਹੜੀ ਅਸੀਂ ਮੁਲਕ ਦੇ ਡਿਫੈਂਸ ਸਿਕਿਉਰਿਟੀ ਦੇ ਪੁਆਇੰਟ ਆਫ ਵਿਊ ਤੋਂ
ਦੇਖਦੇ ਹੋਈਏ ਜਵਾਬ ਸਾਨੂੰ ਕੋਈ ਸਿੱਧੇ ਤੌਰ ਤੇ ਨਹੀਂ ਮਿਲਦਾ, ਕਿਉਂਕਿ ਜਦੋਂ ਜਿਵੇਂ ਫਾਰ ਐਗਜ਼ਾਮਪਲ ਕੱਲ ਦੇ ਜਿਹੜਾ ਟਵੀਟ ਵਿੱਚ ਜਾਖੜ ਸਾਹਿਬ ਨੇ ਇਸ ਗੱਲ ਦਾ ਖਦਸ਼ਾ ਵੀ ਜ਼ਾਹਰ ਕੀਤਾ ਸੀ ਕਿ ਕੀ ਕੇਂਦਰ ਦੀ ਸਰਕਾਰ ਨੇ ਚੰਨੀ ਸਾਹਿਬ ਦੇ ਜਿਹੜੇ ਉਸ ਸਟੇਟਮੈਂਟ ਨੂੰ ਮਿਸਯੂਜ਼ ਤਾਂ ਨਹੀਂ ਕਰ ਲਿਆ, ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਬਾਰਡਰ ਨੂੰ ਸੀਲ ਕਰਨ ਦੀ ਲੋੜ ਹੈ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਾਰਡਰ ਨੂੰ ਸੀਲ ਕਰਨ ਦਾ ਮਤਲਬ ਕੀ ਹੈ। ਬਾਰਡਰ ਨੂੰ ਸੀਲ ਕਰਨ ਲਈ ਤੁਹਾਨੂੰ BSF ਦੇ ਅਧਿਕਾਰ ਖੇਤਰ ਨੂੰ 15 ਤੋਂ 50 ਕਿਲੋਮੀਟਰ ਕਰਨ ਦੀ ਲੋੜ ਨਹੀਂ। ਸੀਲ ਕਰਨ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਜੋ ਵੈਪਨਸ ਦੀ ਸਮਗਲਿੰਗ ਹੁੰਦੀ ਹੈ, ਪਾਕਿਸਤਾਨ ਵਾਲੇ ਪਾਸਿਓਂ ਜੋ ਡਰੱਗ ਦੀ ਸਮਗਲਿੰਗ ਹੁੰਦੀ ਹੈ, ਉਹ ਨਾ ਹੋਵੇ। ਜਾਣੀ ਕਿ ਜੇ ਤਾਂ ਤੁਸੀਂ ਬਾਰਡਰ ਨੂੰ ਇੰਟੈਂਸਿਵ ਤਰੀਕੇ ਨਾਲ ਮੋਨੀਟਰ ਕਰਦੇ ਹੋ ਫਿਰ ਤਾਂ ਇਹ ਚੀਜ਼ਾਂ ਨੂੰ ਰੋਕਿਆ ਜਾਊਗਾ। ਤੁਸੀਂ ਮੈਨੂੰ ਦੱਸੋ, ਜੇ ਕੋਈ ਮੁਲਕ ਦੀ ਸਿਕਿਉਰਿਟੀ ਲਈ ਖਤਰਨਾਕ ਚੀਜ਼, ਚਾਹੇ ਉਹ ਡਰੱਗਸ ਹੋਵੇ ਚਾਹੇ ਉਹ ਵੈਪਨਸ ਹੋਵੇ, ਜੇ ਇੱਕ ਵਾਰ ਬਾਰਡਰ ਤੋਂ ਐਂਟਰ ਕਰ ਗਈ ਫਿਰ 15 ਤੇ 50 ਕਿਲੋਮੀਟਰ ਦਾ ਕੀ ਮੀਨਿੰਗ ਹੈ ਜੀ। ਜਦੋਂ ਐਂਟਰੀ ਕਰ ਗਈ ਤੇ ਜੇ ਨਾਕਾਮੀਆਂ ਛੁਪਾਉਣ ਦੀ ਇਹ ਕੋਸ਼ਿਸ਼ ਹੈ, ਲੋਕਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਹੈ, ਨਾਕਾਮੀਆਂ ਛੁਪਾਉਣ ਦੀ ਸਰਕਾਰ ਦੇ ਵੱਲੋਂ ਕੋਸ਼ਿਸ਼ ਹੈਗੀ ਇਸ ਐਕਸ਼ਨ ਦੇ ਜ਼ਰੀਏ। ਸੋ ਜਸਟੀਫਿਕੇਸ਼ਨ ਕੋਈ ਨਜ਼ਰ ਨਹੀਂ ਆਉਂਦੀ। ਜਸਟੀਫਿਕੇਸ਼ਨ ਅੱਛਾ, ਦੂਜੀ ਚੀਜ਼ ਦੇਖੋ, ਈਵਨ ਅਦਰਵਾਈਜ਼ ਸੁਖਵਿੰਦਰ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਹੋਰ ਕੇਂਦਰ ਦੀਆਂ ਅਨੇਕ ਏਜੰਸੀਆਂ ਨੇ ਜਿਹੜੀਆਂ ਬਾਰਡਰ ਦੇ ਇਰਦ ਗਿਰਦ ਸਟੇਟ ਵਿੱਚ ਜਿਨ੍ਹਾਂ ਦੀ ਪ੍ਰੈਜ਼ੈਂਸ ਹਮੇਸ਼ਾ ਰਹਿੰਦੀ ਹੈ, ਤੇ ਉਹਨਾਂ ਏਜੰਸੀਆਂ ਦਾ ਇੱਕ ਵਰਕਿੰਗ ਕਿਸਮ ਦਾ ਰਿਲੇਸ਼ਨਸ਼ਿਪ ਸੂਬੇ ਦੀ ਸਰਕਾਰ ਨਾਲ ਵੀ ਰਹਿੰਦਾ ਹੈ। ਹੁਣ ਇਹ ਗੱਲ ਤਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਹੈ ਨਾ ਕਿ ਕੀ ਕੇਂਦਰ ਦੀ ਸਰਕਾਰ ਨੇ ਪੰਜਾਬ ਨਾਲ ਇਸ ਕਿਸਮ ਦੇ ਇਨਪੁਟਸ ਸਾਂਝੇ ਕੀਤੇ ਕਿ ਜੀ ਇਹਨਾਂ ਖਤਰਾਂ ਦੇ ਹੁੰਦਿਆਂ ਹੋਇਆਂ BSF ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ 50 ਕਿਲੋਮੀਟਰ ਵਧਾਉਣ ਦੀ ਲੋੜ ਹੈ। ਸਾਡੀ ਨੌਲੇਜ ਵਿੱਚ ਇਸ ਕਿਸਮ ਦੇ ਇਨਪੁਟਸ ਦੀ ਕਦੇ ਕੋਈ ਚਰਚਾ ਨਹੀਂ ਹੋਈ। ਸੋ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੀ ਸਰਕਾਰ ਨਾਲ ਕੋਈ ਇਹੋ ਜਿਹੀ ਗੱਲ ਸਾਂਝੀ ਨਹੀਂ ਕੀਤੀ ਜਿਹਦੇ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਅਧਿਕਾਰ ਖੇਤਰ ਕਰਨ ਦੀ ਜਸਟੀਫਿਕੇਸ਼ਨ ਬਣਦੀ ਹੋਵੇ ਜੀ। ਚਾਹੇ ਟੈਕਨੀਕਲੀ ਇਹ ਠੀਕ ਹੈ ਕਿ ਡਿਫੈਂਸ ਦੇ ਮੁੱਦਿਆਂ ਤੇ ਕੇਂਦਰ ਦੀ ਸਰਕਾਰ ਨੂੰ ਸੂਬਿਆਂ ਦੀਆਂ ਸਰਕਾਰਾਂ ਨਾਲ ਲੀਗਲੀ ਤੌਰ ਤੇ ਉਹਦੀ ਕੰਸੈਂਟ ਲੈਣ ਦੀ ਲੋੜ ਨਹੀਂ ਹੈਗੀ, ਪਰ ਜਿਹੜਾ ਫੈਡਰਲ ਢਾਂਚੇ ਵਿੱਚ ਕੇਂਦਰ ਤੇ ਰਾਜਾਂ ਦੀ ਵਰਕਿੰਗ ਹੈ, ਉਹਦੇ ਵਿੱਚ ਕੇਂਦਰ ਤੇ ਰਾਜਾਂ ਵਿੱਚ ਇੱਕ ਵਧੀਆ ਵਰਕਿੰਗ ਰਿਲੇਸ਼ਨਸ਼ਿਪ ਹੋਣਾ ਬਣਦਾ। ਉਸ ਵਰਕਿੰਗ ਰਿਲੇਸ਼ਨਸ਼ਿਪ ਦੇ ਹੁੰਦਿਆਂ ਹੋਇਆਂ ਏਦਾਂ ਦੀ ਗੱਲ ਸਾਡੇ ਨਜ਼ਰ ਵਿੱਚ ਨਹੀਂ ਆਈ ਜਿੱਥੋਂ ਕੋਈ ਜਸਟੀਫਿਕੇਸ਼ਨ ਪੈਦਾ ਹੁੰਦੀ ਹੋਵੇ ਕਿ ਭਾਈ ਇਹਨਾਂ ਕਾਰਨਾਂ ਕਰਕੇ BSF ਦਾ ਅਧਿਕਾਰ ਖੇਤਰ 50 ਕਿਲੋਮੀਟਰ ਤੱਕ ਵਧਾਉਣ ਦੀ ਲੋੜ ਪਈ। ਸੋ ਕੋਈ ਜਸਟੀਫਿਕੇਸ਼ਨ ਸਾਨੂੰ ਨਜ਼ਰ ਨਹੀਂ ਆਉਂਦੀ। ਇਹਦੇ ਬਿਲਕੁਲ ਉਲਟ ਜਿਹੜਾ ਮਾਡਰਨ ਕਨਸੈਪਟ ਹੈ ਨਾ ਵਾਰਫੇਅਰ ਦਾ, ਉਹਦੇ 'ਚ ਤਾਂ ਜਿਸ ਕਿਸਮ ਦੇ ਵੈਪਨਸ ਤੁਹਾਨੂੰ ਬਾਰਡਰ ਨੂੰ ਮੋਨੀਟਰ ਕਰਨ ਲਈ ਚਾਹੀਦੇ ਨੇ, ਬੜੇ ਸਫਿਸਟੀਕੇਟਡ ਵੈਪਨਸ ਜਿਹੜੇ ਪਿਛਲੇ ਸਮੇਂ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਮੇਰੀ ਇਨਫੋਰਮੇਸ਼ਨ ਮੁਤਾਬਕ ਇਜ਼ਰਾਈਲ ਕੋਲੋਂ ਮੰਗਵਾਏ ਨੇ, ਅਮਰੀਕਾ ਕੋਲੋਂ ਮੰਗਵਾਏ ਨੇ, ਉਹ ਇੱਕ ਤਰੀਕਾ ਹੈਗਾ ਬਾਰਡਰ ਨੂੰ ਇਫੈਕਟਿਵਲੀ ਮੋਨੀਟਰ ਕਰਨ ਦਾ। ਸੋ ਬਾਰਡਰ ਨੂੰ ਇਫੈਕਟਿਵਲੀ ਮੋਨੀਟਰ ਕਰਨ ਲਈ 15 ਤੋਂ 50 ਕਿਲੋਮੀਟਰ ਕਰਨ ਦੇ ਕੀ ਮਾਇਨੇ ਨੇ। ਮੈਂ ਡਿਫੈਂਸ ਦੇ ਵਿਅਕਤੀਆਂ ਨਾਲ ਵੀ ਗੱਲ ਕੀਤੀ, ਮੈਨੂੰ ਕਿਸੇ ਡਿਫੈਂਸ ਦੇ ਵਿਅਕਤੀ ਨੇ ਇਸ ਕਿਸਮ ਦੀ ਕੋਈ ਮੈਨੂੰ ਜਸਟੀਫਿਕੇਸ਼ਨ ਨਹੀਂ ਦੇ ਸਕੇ ਜਿਹਦੇ ਤੋਂ ਇਹ ਗੱਲ ਲੋੜੀਂਦੀ ਬਣ ਜਾਂਦੀ ਹੋਵੇ ਕਿ ਜੀ ਇਹਨਾਂ ਕਾਰਨਾਂ ਕਰਕੇ ਕੇਂਦਰ ਦੀ ਸਰਕਾਰ ਨੂੰ BSF ਦੇ ਅਧਿਕਾਰ ਖੇਤਰ ਨੂੰ ਵਧਾਉਣ ਦੀ ਲੋੜ। ਸੋ ਇਹਦਾ ਮੇਰਾ ਇਹ ਹੋਇਆ ਕਿ ਇਸ ਕਿਸਮ ਦੀ ਜਸਟੀਫਿਕੇਸ਼ਨ ਨਜ਼ਰ ਨਹੀਂ ਆਉਂਦੀ। ਫਿਰ ਤੇ ਪਿਓਰ ਐਂਡ ਸਿੰਪਲ ਰਾਜਨੀਤੀ ਹੈ। ਸੋ ਰਾਜਨੀਤੀ ਕੀ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਤੇ ਜਿਹੜੀ ਕੇਂਦਰ ਦੀ ਇਸ ਵੇਲੇ ਸਰਕਾਰ ਹੈ ਉਹ ਇਹ ਆਪਣਾ ਐਲਾਨਨਾਮਾ ਬੜੀ ਦੇਰ ਪਹਿਲਾਂ ਦੇ ਚੁੱਕੀ ਹੈ ਕਿ ਅਸੀਂ ਹਿੰਦੁਸਤਾਨ ਨੂੰ ਕਾਂਗਰਸ ਮੁਕਤ ਮੁਲਕ ਬਣਾਉਣਾ ਹੈ। ਸੋ ਇਸ ਕਰਕੇ ਪੰਜਾਬ ਦਾ ਸੂਬਾ ਜਿਹਦੇ 'ਚ ਕਾਂਗਰਸ ਰਾਜ ਕਰਦੀ ਹੈ ਉਹ ਕੇਂਦਰ ਦੀ BJP ਦੀ ਸਰਕਾਰ ਨੂੰ ਰਟਕਦਾ ਹੈ। ਇਸ ਕਰਕੇ ਜੇ ਤੁਸੀਂ ਸਿੱਧੇ ਤੌਰ ਤੇ ਪੰਜਾਬ ਨੂੰ ਪੋਲੀਟੀਕਲੀ ਵਿਨ ਓਵਰ ਨਹੀਂ ਕਰ ਸਕਦੇ ਫਿਰ ਇਹ ਤਰੀਕੇ ਹੈ ਜੀ। ਸੋ ਇਸੇ ਕੋਈ ਖਦਸ਼ਾ ਜਿਤਾ ਰਹੇ ਆ ਜਾਂ ਫਿਰ ਹੋਰ ਲੀਡਰ ਜਿਹੜੇ ਅੰਦਰ ਖਾਤੇ ਦਬਮੀ ਜਵਾਨ ਦੇ ਵਿੱਚ ਵੀ ਕੁਝ ਖਦਸ਼ੇ ਜਿਹੜੇ ਜਿਤਾ ਰਹੇ ਆ, ਜਿਵੇਂ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਣਾ ਹੋਮ ਮਿਨਿਸਟਰ ਦੇ ਨਾਲ, ਅਜੀਤ ਡੋਵਾਲ ਦੇ ਨਾਲ ਮੁਲਾਕਾਤ ਹੋਣੀ ਤੇ ਵਾਰ-ਵਾਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਾਕਿਸਤਾਨ ਦੀ ਰੱਟ ਲਗਾਉਣੀ, ਵਾਰ-ਵਾਰ ਸੁਰੱਖਿਆ ਏਜੰਸੀਆਂ ਦੇ ਨਾਲ ਮੁਲਾਕਾਤਾਂ ਕਰਨੀਆਂ, ਵਾਰ-ਵਾਰ ਇਹ ਉਦੋਂ ਤੋਂ ਹੀ ਜਿੰਨੀ
ਸ਼ੁਰੂ ਹੋ ਗਿਆ ਸੀਗਾ ਇਹ ਪੈਂਤੜਾ ਕਿ ਖੇਡਿਆ ਜਾ ਸਕਦਾ ਆਉਣ ਵਾਲੇ ਦਿਨਾਂ ਤੱਕ। ਯਾਨੀ ਕਿ ਫਿਰ ਪ੍ਰਗਟ ਸਿੰਘ ਜਿਹੜੀ ਅਲਸਾ ਜਤਾ ਰਹੇ ਆ ਕਿ ਸਾਡੇ ਕਾਂਗਰਸ ਦੇ ਰਾਜ ਤੋਂ ਖਤਮ ਕਰਨ ਦੇ ਲਈ ਸਿੱਧੇ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਇਹਦਾ ਮਕਸਦ ਸਿਰਫ ਇਹੀ ਆ ਕਿ ਬੀਜੇਪੀ ਇਸ ਸਟੇਟ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਚਾਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਸਾਥ ਦੇਣਾ ਚਾਹੁੰਦੇ ਆ ਇਸ ਦੇ ਵਿੱਚ। ਜਿਹੜੀ ਗੱਲ ਪ੍ਰਗਟ ਸਿੰਘ ਕਹਿ ਰਹੇ ਨਾ ਸੁਖਵਿੰਦਰ, 'ਚ ਬਹੁਤ ਜਾਨ ਹੈ। ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਵੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੋਲ ਜਿਹੜੇ ਹਿੰਦੁਸਤਾਨ ਦੇ ਸਿਕਿਉਰਿਟੀ ਥ੍ਰੈਟਸ ਸਾਨੂੰ ਪਾਕਿਸਤਾਨ ਚੋਂ ਪੈਦਾ ਹੁੰਦੇ ਨੇ, ਜੇ ਉਹਦੀ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਕੋਲ ਜ਼ਿਆਦਾ ਹੈ, ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦੇ ਹੋਏ ਕੇਂਦਰ ਦੀ ਸਰਕਾਰ ਨੂੰ ਦੱਸਣ ਜਾਂਦੇ ਸੀ ਕਿ ਇਸ ਕਿਸਮ ਦੇ ਖਤਰੇ ਦਰਪੇਸ਼ ਨੇ, ਫਿਰ ਉਸ ਕਿਸਮ ਦੀ ਜਾਣਕਾਰੀ ਤਾਂ ਪੰਜਾਬ ਦੀ ਜਿਹੜੀ ਇਸ ਵੇਲੇ ਦੀ ਸਰਕਾਰ ਉਹਨੂੰ ਵੀ ਹੋਏਗੀ। ਇਸ ਵੇਲੇ ਦੀ ਸਰਕਾਰ ਨੂੰ ਤਾਂ ਪੁੱਛਿਆ ਨਹੀਂ ਗਿਆ ਕਿ ਜੀ ਜਿਹੜਾ ਪਾਕਿਸਤਾਨ ਦੇ ਬਾਰਡਰ ਤੇ ਹੁੰਦਿਆਂ ਹੋਇਆਂ ਕਿਹੜੇ ਖਤਰੇ ਨੇ ਸਾਨੂੰ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਇਹਨਾਂ ਚੀਜ਼ਾਂ ਦੀ ਜਾਣਕਾਰੀ ਕੇਂਦਰ ਸਰਕਾਰ ਕੋਲ, ਕੇਂਦਰ ਦੀਆਂ ਏਜੰਸੀਆਂ ਕੋਲ ਜ਼ਿਆਦਾ ਹੁੰਦੀ ਹੈ। ਜੇ ਕੈਪਟਨ ਅਮਰਿੰਦਰ ਸਿੰਘ ਸਮੇਂ ਸਿਰ ਇਹਨਾਂ ਚੀਜ਼ਾਂ ਦੀ ਹਾਜ਼ਰੀ ਲਵਾਉਂਦੇ ਰਹੇ ਨੇ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਕੈਪਟਨ ਕੋਈ ਕੇਂਦਰ ਦੀ ਸਰਕਾਰ ਨੂੰ ਵਡਮੁੱਲੀ ਜਾਣਕਾਰੀ ਦਿੰਦੇ ਸੀ, ਜਿਹੜੀ ਜਾਣਕਾਰੀ ਕੇਂਦਰ ਦੀ ਸਰਕਾਰ ਕੋਲ ਨਾ ਹੋਵੇ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ BSF, NIA, ਬਾਕੀ ਏਜੰਸੀਆਂ ਦੇ ਹੁੰਦਿਆਂ ਹੋਇਆਂ ਕੇਂਦਰ ਦੀ ਸਰਕਾਰ ਕੋਲ ਬਹੁਤ ਸਾਧਨ ਨੇ, ਜਿਨ੍ਹਾਂ ਸਾਧਨਾਂ ਦੇ ਹੁੰਦਿਆਂ ਹੋਇਆਂ ਇਸ ਕਿਸਮ ਦੀ ਜਾਣਕਾਰੀ ਸੰਪੂਰਨ ਤੌਰ ਤੇ ਕੇਂਦਰ ਦੀ ਸਰਕਾਰ ਕੋਲ ਹੁੰਦੀ ਹੈ। ਸੋ ਜਿਹੜੀ ਉਹਨਾਂ ਦੀਆਂ ਫੋਰਸਸ ਹੀ ਅੱਗੇ ਹੋ ਕੇ ਖੜੀਆਂ ਨੇ। ਪੰਜਾਬ ਪੁਲਿਸ ਤਾਂ ਪਿੱਛੇ ਹੀ ਆ, ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਅੰਡਰ ਆਉਂਦੀ ਸੀ, ਉਹਦੇ ਕੋਲ ਤਾਂ ਇਨਫੋਰਮੇਸ਼ਨ ਬਾਅਦ ਚ ਆਉਣੀ ਸੀ, ਪਹਿਲਾਂ ਤਾਂ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਕੋਲ ਹੀ ਇਨਫੋਰਮੇਸ਼ਨ ਆਉਣੀ ਸੀ। ਬਿਲਕੁਲ। ਫਿਰ ਉਹਦੇ ਹੁੰਦਿਆਂ ਹੋਇਆਂ ਹੁਣ ਆਪਾਂ ਗੱਲ ਕਰਦੇ ਜਿਹੜੀ ਤੁਸੀਂ ਪ੍ਰਗਟ ਸਿੰਘ ਉਹਨਾਂ ਦੀ ਗੱਲ ਕਰਦੇ ਹੋ। ਸੋ ਜਦੋਂ ਪ੍ਰਗਟ ਸਿੰਘ ਜਦੋਂ ਇਹ ਕਹਿੰਦੇ ਨੇ ਨਾ ਕਿ ਜੀ ਕੈਪਟਨ ਅਮਰਿੰਦਰ ਸਿੰਘ ਜਾ ਕੇ 15 ਕਿਲੋਮੀਟਰ ਤੋਂ 50 ਕਿਲੋਮੀਟਰ ਵਾਲੀ ਗੱਲ ਕਰਨ ਵਿੱਚ ਇਹਨਾਂ ਨੇ ਰੋਲ ਪਲੇ ਕੀਤਾ, ਪ੍ਰਗਟ ਸਿੰਘ ਕੋਈ ਇਲਜ਼ਾਮ ਨਹੀਂ ਲਾ ਰਹੇ। ਕੈਪਟਨ ਅਮਰਿੰਦਰ ਸਿੰਘ ਤਾਂ ਇਸ ਗੱਲ ਨੂੰ ਜਸਟੀਫਾਈ ਕਰਦੇ ਨੇ, ਇਸ ਗੱਲ ਨੂੰ ਠੀਕ ਮੰਨਦੇ ਨੇ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਸਮੇਂ ਸਿਰ ਇਹ ਕਹਿੰਦੇ ਰਹੇ ਨੇ ਕਿ ਜੀ ਮੈਂ ਤਾਂ ਮੁਲਕ ਦੇ ਹੋਮ ਮਿਨਿਸਟਰ ਨੂੰ ਇਹ ਦੱਸਣ ਗਿਆ ਸੀ ਕਿ ਇਸ ਕਿਸਮ ਦੇ ਖਤਰੇ ਦਰਪੇਸ਼ ਨੇ ਸਾਨੂੰ ਪਾਕਿਸਤਾਨ ਕੋਲੋਂ। ਸੋ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇਹ ਰਾਜਨੀਤੀ ਹੈ, ਜੋ ਉਹ ਪੋਲਿਟਿਕਸ ਹੈ, ਈਵਨ ਕੈਪਟਨ ਅਮਰਿੰਦਰ ਸਿੰਘ ਬਹੁਤ ਲੰਮੇ ਸਮੇਂ ਤੋਂ ਜਦੋਂ ਨਵਜੋਤ ਸਿੰਘ ਸਿੱਧੂ ਦੀ ਵਿਰੋਧਤਾ ਕਰਦੇ ਰਹੇ ਨੇ ਤੇ ਇਹ ਗੱਲ ਕਹਿੰਦੇ ਰਹੇ ਨੇ ਕਿ ਜਿਸ ਕਿਸਮ ਦੇ ਇਕੁਏਸ਼ਨ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਹੈ, ਜਿਸ ਕਿਸਮ ਦੀ ਜੱਫੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਆਰਮੀ ਚੀਫ ਨੂੰ ਪਾਈ ਹੈ, ਸੋ ਉਹਨਾਂ ਨੂੰ ਹਿੰਦੁਸਤਾਨ ਦੀ ਸਿਕਿਉਰਿਟੀ ਦੇ ਲਈ ਥ੍ਰੈਟ ਦੇ ਤੌਰ ਤੇ ਪੇਸ਼ ਕਰਦੇ ਨੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਸੋ ਕੈਪਟਨ ਅਮਰਿੰਦਰ ਸਿੰਘ ਦੀ ਇਹ ਰਾਜਨੀਤੀ ਹੈ। ਕੈਪਟਨ ਅਮਰਿੰਦਰ ਸਿੰਘ ਫੌਜ 'ਚ ਰਹੇ ਨੇ, ਕਹਿੰਦੇ ਮੈਂ ਫੌਜੀ ਹਾਂ। ਉਹ ਭਾਈ ਫੌਜੀ ਤੁਸੀਂ ਹੈਗੇ ਹੋ, ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਜਿਹੜੇ ਡਿਵਾਈਸਿਸ ਬਾਰਡਰ ਤੇ ਸਿਕਿਉਰਿਟੀ ਦੇ ਪਰਪਸ ਲਈ ਵਰਤੇ ਜਾਂਦੇ ਨੇ, ਇਹ ਡਿਵਾਈਸਿਸ ਉਹ ਨਹੀਂ ਹੈਗੇ ਜਿਹੜੇ 30 ਸਾਲ 40 ਸਾਲ ਪਹਿਲਾਂ ਵਰਤੇ ਜਾਂਦੇ ਸੀ। ਹੁਣ ਤਾਂ ਬਹੁਤ ਸੋਫਿਸਟੀਕੇਟਡ ਵੈਪਨਸ ਇਜ਼ਰਾਈਲ, ਅਮਰੀਕਾ ਵਰਗੇ ਕੰਟਰੀਜ਼ ਕੋਲ ਅਵੇਲੇਬਲ ਨੇ ਤੇ ਹਿੰਦੁਸਤਾਨ ਦੀ ਸਰਕਾਰ ਨੇ ਉਹ ਮੰਗਵਾਏ ਨੇ। ਸੋ ਜੇ ਵਾਕਈ ਹੀ ਅਸੀਂ ਜਿਹੜੀ ਗੱਲ ਆਪਣੇ ਸੂਬੇ ਦੇ ਮੁੱਖ ਮੰਤਰੀ ਚੰਨੀ ਨੇ ਕਹੀ ਸੀਗੀ ਕਿ ਜੀ ਬਾਰਡਰ ਨੂੰ ਸੀਲ ਕਰੋ, ਸੋ ਸੀਲ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਡਿਪਲੋਇਮੈਂਟ ਦਾ ਨੰਬਰ ਵਧਾਓ। ਸੀਲ ਕਰਨ ਦਾ ਮਤਲਬ ਇਹ ਹੈ ਕਿ ਜਿਹੜੇ ਇਕਵਿਪਮੈਂਟ BSF ਨੂੰ ਬਾਰਡਰ ਤੇ ਸਿਕਿਉਰਿਟੀ ਪਰਪਸ ਲਈ ਚਾਹੀਦੇ ਨੇ ਉਹ ਪ੍ਰੋਵਾਈਡ ਕਰੋ। ਸੀਲ ਕਰਨ ਦਾ ਮਤਲਬ ਇਹ ਬਿਲਕੁਲ ਨਹੀਂ ਹੈਗਾ ਕਿ ਤੁਸੀਂ BSF ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿਓ। ਸੋ ਜਿਹੜੀ ਵਧਾਉਣੀ ਹੈ ਸੁਰੱਖਿਆ, ਜੇ ਐਕਸ਼ਨ ਲੈਣਾ ਤਾਂ ਬਾਰਡਰ ਵੱਲ ਨੂੰ ਕਰੋ ਨਾ ਐਕਸ਼ਨ। ਤੁਸੀਂ ਅੰਦਰ ਨੂੰ ਪੰਜਾਬ ਵੱਲ ਨੂੰ ਕਿਉਂ ਕਰ ਰਹੇ ਹੋ? ਔਰ ਸਰ ਇੱਕ ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਹੋਣਗੇ ਕਿ ਚਲੋ ਠੀਕ ਹੈ ਜੇ ਕਰ ਦਿੱਤਾ ਤਾਂ ਫਿਰ ਇਹਦਾ ਨੁਕਸਾਨ ਕੀ ਹੈ? ਹੋਰ ਦੇਸ਼ ਦੇ ਵਿੱਚ ਕਰ ਹੀ ਦੇਣਾ ਚਾਹੀਦਾ, ਕੋਈ ਗੱਲ ਨਹੀਂ, ਪਰ ਇਹਦਾ ਨੁਕਸਾਨ ਵੀ ਆਪਾਂ ਕਿਵੇਂ ਦੱਸੀਏ? ਇਹ ਕੀ ਖਦਸ਼ੇ ਜਤਾਏ ਜਾ ਰਹੇ ਆ, ਕੀ ਕੁਝ ਕਿਸ ਤਰੀਕੇ ਨਾਲ ਜਵਾਨੀ ਦਾ ਜਿਹੜਾ ਘਾਣ ਜਿਹੜਾ ਹੋ ਸਕਦਾ ਹੈ, ਜਾਂ ਕਿਸ ਤਰੀਕੇ ਦੇ ਨਾਲ ਇਹਨੂੰ ਦੁਰਵਰਤੋਂ ਜਿਹੜੀ ਕਰ ਸਕਦੇ ਆ BSF ਦੀ, ਕੀ ਖਤਰਾ ਕੀ ਹੈ ਪੰਜਾਬ ਦੇ ਲੋਕਾਂ ਨੂੰ? ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਬਹੁਤ ਸਾਰੇ ਲੋਕ ਤਾਂ ਸਮਝ ਵੀ ਆਉਂਦੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨਹੀਂ। ਤਾਂ ਇਸ ਦੇ ਨਾਲ ਫਿਰ ਹੋਣ ਕੀ ਵਾਲਾ ਹੈ, ਖਦਸ਼ਾ ਕੀ ਹੈ ਕਿ ਕੋਈ ਇਦਾਂ ਦੀ ਇੰਡੀਕੇਸ਼ਨ ਹੈਗੀ ਆ ਕਿ ਪੰਜਾਬ ਦੀ ਜਵਾਨੀ ਨੂੰ ਖਤਰਾ ਜਾਂ ਪੰਜਾਬ ਨੂੰ ਖਤਰਾ ਹੈ? ਕਿਉਂਕਿ ਹੈ ਤਾਂ ਫੋਰਸਸ ਤਾਂ ਸਾਡੇ ਦੇਸ਼ ਦੀਆਂ ਹੀ ਨੇ ਨਾ, ਤਾਂ ਫਿਰ ਸਾਨੂੰ ਉਹ ਤੋਂ ਕੀ ਖਤਰਾ ਹੋ ਸਕਦਾ? ਤਾਂ ਉਹ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਆਪਣੇ ਦਰਸ਼ਕਾਂ ਨੂੰ ਕਿ ਅਸਲ ਦੇ ਵਿੱਚ ਖਤਰਾ ਕੀ ਹੈ।
ਨਹੀਂ ਜਿਹੜਾ ਤੁਸੀਂ ਖਤਰੇ ਦੀ ਗੱਲ ਕਰਦੇ ਹੋ, ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਾਂਗਾ। ਅਸੀਂ ਇਹ ਕਹਿੰਦੇ ਹਾਂ ਕਿ ਹਿੰਦੁਸਤਾਨ ਵਿੱਚ ਸੰਘੀ ਢਾਂਚਾ ਹੈ, ਜਿਸ ਕਿਸਮ ਵਿੱਚ ਦੋ ਕਿਸਮ ਦੀਆਂ ਸਰਕਾਰਾਂ ਪੈਰਲਲ ਚੱਲਦੀਆਂ ਨੇ, ਇੱਕ ਕੇਂਦਰ ਦੀ ਸਰਕਾਰ, ਇੱਕ ਸੂਬੇ ਦੀ ਸਰਕਾਰ। ਸੂਬੇ ਦੀ ਸਰਕਾਰ ਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ ਜੇ ਸੂਬੇ ਦੀ ਸਰਕਾਰ ਕੋਲੋਂ ਲਾ ਐਂਡ ਆਰਡਰ ਦਾ ਸਬਜੈਕਟ ਜਾਂ ਖੋਲਿਆ ਜਾਵੇ ਜਾਂ ਲਾ ਐਂਡ ਆਰਡਰ ਦੇ ਸਬਜੈਕਟ ਨੂੰ ਨਿਊਟਰਲਾਈਜ਼ ਕਰਕੇ ਇਨਫੈਕਟ ਬਣਾ ਦਿੱਤਾ ਜਾਵੇ। ਤੁਹਾਨੂੰ ਯਾਦ ਹੋਣਾ ਹੈ ਕਿ ਦਿੱਲੀ ਦੀ ਪੁਲਿਸ ਜਿਹੜੀ ਹੈਗੀ, ਦਿੱਲੀ ਦੀ ਸਰਕਾਰ ਦੇ ਕੰਟਰੋਲ ਹੇਠ ਨਹੀਂ ਹੈਗੀ। ਦਿੱਲੀ ਦੀ ਪੁਲਿਸ ਗਵਰਨਮੈਂਟ ਆਫ ਇੰਡੀਆ ਦੀ ਹੋਮ ਮਿਨਿਸਟਰੀ ਅੰਡਰ ਹੈਗੀ ਹੈ। ਜਦੋਂ ਦਿੱਲੀ ਵਿੱਚ ਕ੍ਰਾਈਮ ਹੁੰਦੇ ਨੇ, ਦਿੱਲੀ ਦੇ ਚੀਫ ਮਿਨਿਸਟਰ ਅਕਸਰ ਇਹ ਗੱਲ ਕਹਿੰਦੇ ਨੇ ਕਿ ਸਾਡੇ ਅੰਡਰ ਤਾਂ ਪੁਲਿਸ ਹੀ ਨਹੀਂ ਹੈਗੀ। ਸੋ ਜੇ ਪੰਜਾਬ ਦਾ ਬਹੁਤ ਵੱਡਾ ਹਿੱਸਾ BSF ਕੋਲ ਚਲਿਆ ਗਿਆ ਹੈ ਜੀ, ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ। ਸੋ ਜਿਹੜਾ ਐਕਟ ਹੈ ਨਾ ਸੈਂਟਰਲ ਗਵਰਨਮੈਂਟ ਦਾ, ਉਹ ਪੰਜਾਬ ਦੇ ਇਸ ਅਧਿਕਾਰ ਖੇਤਰ ਜਿੱਥੇ ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ ਉਹਨੂੰ ਸੱਟ ਮਾਰਦਾ। ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਮਿਸਯੂਜ਼ ਦੀ, ਦੇਖੋ ਜੇ ਫਾਰ ਐਗਜ਼ਾਮਪਲ ਕੇਂਦਰ ਦੀ ਸਰਕਾਰ BSF ਜਾਂ ਬਾਕੀ ਕੇਂਦਰੀ ਜਿਹੜੇ ਨੀਮ ਫੌਜੀ ਦਸਤਿਆਂ ਦਾ ਇਸਤੇਮਾਲ ਰਾਜਨੀਤਿਕ ਪਰਪਸ ਲਈ ਕਰਦਾ, ਉਹ ਬਹੁਤ ਹੀ ਮੰਦਭਾਗੀ ਗੱਲ ਹੋਏਗੀ ਹੈ ਜੀ। ਮੈਂ ਖੈਰ ਅਜੇ ਵੀ ਮੁਲਕ ਦੀ ਜੁਡੀਸ਼ਰੀ ਵਿੱਚ ਬਹੁਤ ਵਿਸ਼ਵਾਸ ਰੱਖਦਾ ਤੇ ਇਸ ਗੱਲ ਦੀ ਮੈਂ ਆਸ ਰੱਖਦਾ ਕਿ ਚਾਹੇ ਸੈਂਟਰ ਦੀ ਗਵਰਨਮੈਂਟ ਨੇ ਇਹ ਅਧਿਕਾਰ ਖੇਤਰ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ, ਤੇ ਫਿਰ ਜੇ BSF ਨੂੰ ਕੇਂਦਰ ਦੀ ਸਰਕਾਰ ਮਿਸਯੂਜ਼ ਕਰਦੀ ਹੈ, ਉਹਦਾ ਮੀਨਿੰਗ ਤੇ ਬਹੁਤ ਖਤਰਨਾਕ ਹੈ ਜੀ। ਸੋ ਅਸੀਂ ਵਿਸ਼ ਕਰਾਂਗੇ, ਅਸੀਂ ਪ੍ਰੇ ਕਰਾਂਗੇ ਉਸ ਕਿਸਮ ਦੀ ਸਥਿਤੀ ਨਾ ਪੈਦਾ ਹੋਵੇ ਜਿੱਥੇ ਕੇਂਦਰ ਦੀ ਸਰਕਾਰ, ਸਮੇਂ ਦੀ ਸਰਕਾਰ BSF ਨੂੰ ਦੀ ਦੁਰਵਰਤੋਂ ਕਰਕੇ ਪੰਜਾਬ ਲਈ, ਪੰਜਾਬੀਆਂ ਲਈ, ਜੇ ਪੰਜਾਬ ਦੇ ਲੋਕਾਂ ਲਈ ਸਮੱਸਿਆਵਾਂ ਪੈਦਾ ਕਰੇ। ਸੋ ਮੈਂ ਤਾਂ ਦੂਜੀ ਗੱਲ ਤੇ ਜ਼ਿਆਦਾ ਜ਼ੋਰ ਦਿੰਦਾ ਕਿ ਫੈਡਰਲ ਢਾਂਚੇ ਦਾ ਮੀਨਿੰਗ ਬਹੁਤ ਛੋਟਾ ਹੋ ਜਾਂਦਾ ਹੈ ਜੇਕਰ ਸੂਬੇ ਦੇ ਬਹੁਤ ਵੱਡੇ ਹਿੱਸੇ ਵਿੱਚ ਕੇਂਦਰ ਦੇ ਨੀਮ ਫੌਜੀ ਦਸਤੇ ਇਫੈਕਟਿਵਲੀ ਉਸ ਸੂਬੇ ਨੂੰ ਕੰਟਰੋਲ ਕਰਨ ਹੈ ਜੀ। ਈਵਨ ਤੁਸੀਂ ਦੂਜੀ ਤਰ੍ਹਾਂ ਕਹਿ ਰਹੇ ਨੇ ਜਾਖੜ ਦਾ ਟਵੀਟ ਜਿਹੜਾ ਚੱਲ ਰਿਹਾ ਡਾਕਟਰ ਸਾਹਿਬ, ਜਾਖੜ ਵੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਜਿਹੜੇ ਦੇਖ ਕੇ ਉਹਨਾਂ ਨੇ ਵੀ ਉਸ ਤੇ ਇੱਕ ਤਰੀਕੇ ਨਾਲ ਤੰਜ ਕੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਆ ਜਿਹੜਾ ਜਾਖੜ ਦਾ ਬਿਆਨ, ਡਾਕਟਰ ਸਾਹਿਬ ਕੀ ਡਾਕਟਰ ਜਿਹੜੇ ਇਹ ਆ ਜਾਖੜ ਸਾਹਿਬ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ? ਹਾਲਾਂਕਿ ਤੰਜ ਤਾਂ ਉਹਨਾਂ ਦੇ ਵੱਲੋਂ ਕੱਸਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਹੀ। ਨਹੀਂ, ਜਾਖੜ ਸਾਹਿਬ ਨੇ ਤਾਂ ਦੇਖੋ ਜੀ, ਜਿਹੜੀਆਂ ਸਾਡੀਆਂ ਸੈਂਟਰਲ ਫੋਰਸਿਸ ਨੇ, ਸਾਡੀ ਆਰਮੀ ਆ, ਇਹਨਾਂ ਤੇ ਉਹਨਾਂ ਨੇ ਬੜਾ ਮਾਣ ਪ੍ਰਗਟਾਇਆ ਜੀ, ਜਿਹੜਾ ਕਿ ਸਾਨੂੰ ਹਿੰਦੁਸਤਾਨ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਮਾਣ, ਸਾਨੂੰ ਵੀ ਓਨਾ ਹੀ ਮਾਣਨਾ ਜਿੰਨਾ ਜਾਖੜ ਸਾਨੂੰ। ਨਾਲ ਉਹ ਕਹਿੰਦੇ ਨੇ ਜਿਹੜਾ ਉਹਨਾਂ ਦਾ ਸਟਲ ਮੀਨਿੰਗ ਹੈ ਕਿ ਵੀ ਜੇਕਰ ਇਹ ਫੋਰਸ ਜਿਨ੍ਹਾਂ ਤੇ ਸਾਨੂੰ ਮਾਣ ਹੈ, ਜੇ ਇਸ ਕਿਸਮ ਦੀਆਂ ਫੋਰਸਿਸ ਕੇਂਦਰ ਦੀ ਸਰਕਾਰ ਆਪਣੀਆਂ ਰਾਜਨੀਤਿਕ ਕਮਜ਼ੋਰੀਆਂ ਨੂੰ ਛੁਪਾਉਣ ਲਈ ਵਰਤੇ, ਉਹ ਗੱਲ ਮੰਦਭਾਗੀ ਹੋਏਗੀ। ਇਦੋਂ ਅੱਗੇ ਉਹ ਕਹਿੰਦੇ ਨੇ ਕਿ ਇਹਨਾਂ ਗੱਲਾਂ ਨੂੰ ਕੈਪਟਨ ਅਮਰਿੰਦਰ ਸਿੰਘ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ। ਕਿਹੜੀ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ? ਕਿ ਕੇਂਦਰ ਦੀ ਕਿ ਫੌਜ ਤੇ ਨੀਮ ਫੌਜੀ ਦਸਤਿਆਂ ਦਾ ਮਕਸਦ ਮੁਲਕ ਦੀ ਸਿਕਿਉਰਿਟੀ ਲਈ ਹੁੰਦਾ। ਇਹਨਾਂ ਫੋਰਸਿਸ ਦੀ ਵਰਤੋਂ ਕੇਂਦਰ ਦੀ ਸਰਕਾਰ ਜੇ ਆਪਣੇ ਰਾਜਨੀਤਿਕ ਸਵਾਰਥਾਂ ਲਈ ਕਰੇ, ਉਹ ਮੰਦਭਾਗੀ ਘਟਨਾ ਹੋਏਗੀ। ਸੋ ਇੱਥੇ ਉਹ ਕੈਪਟਨ ਅਮਰਿੰਦਰ ਸਿੰਘ ਬਾਰੇ ਗੱਲ ਕਰਦੇ ਨੇ ਕਿ ਉਹ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਜਿਹਦਾ ਤੀਜਾ ਮਹੀਨਾ ਬਣਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਗੱਲਾਂ ਨੂੰ ਸਮਝਦੇ ਨੇ, ਸਮਝਦੇ ਹੋਏ ਜੀ, ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿੱਚ ਰਹਿੰਦੇ ਹੋਏ, ਜਿਨ੍ਹਾਂ ਨੇ 84 ਵਿੱਚ ਕਾਂਗਰਸ ਤੋਂ ਅਸਤੀਫਾ ਦਿੱਤਾ ਜਦੋਂ ਕੇਂਦਰ ਦੀ ਸਰਕਾਰ ਨੇ ਗੋਲਡਨ ਟੈਂਪਲ ਤੇ ਅਟੈਕ ਕੀਤਾ, ਇਹ ਸਮੇਂ ਸਿਰ ਪੰਜਾਬ ਵਿੱਚ ਜਦੋਂ ਫੋਰਸਿਸ ਡਿਪਲਾਈ ਕੀਤੀਆਂ ਸੀ, ਉਹਦੀ ਦੁਰਵਰਤੋਂ ਕਰਦੀ ਸੀ, ਦੀ ਕ੍ਰਿਟਿਸਿਜ਼ਮ ਕਰਦੇ ਰਹੇ ਨੇ। ਸੋ ਜਿਹੜੇ ਕੈਪਟਨ ਅਮਰਿੰਦਰ ਸਿੰਘ ਕਿਸੇ ਸਮੇਂ ਵਿੱਚ ਸੈਂਟਰ ਦੀਆਂ ਫੋਰਸਿਸ ਪੰਜਾਬ ਵਿੱਚ ਡਿਪਲਾਈ ਹੋਣਾ, ਉਹਨਾਂ ਦੀ ਮਿਸਯੂਜ਼ ਦੀਆਂ ਗੱਲਾਂ ਕਰਦੇ ਨੇ, ਉਹੀ ਕੈਪਟਨ ਅਮਰਿੰਦਰ ਸਿੰਘ ਹੁਣ ਜਿਹੜਾ ਇਸ ਗੱਲ ਨੂੰ ਵੈਲਕਮ ਕਰ ਰਹੇ ਨੇ। ਸੋ ਸਿੱਧੇ ਤੌਰ ਤੇ ਇਹ ਕੈਪਟਨ ਸਾਹਿਬ ਦੀ ਰਾਜਨੀਤੀ ਆ। ਰਾਜਨੀਤੀ ਇੱਥੇ ਕੋਈ ਛੁਪੀ ਹੋਈ ਥੋੜ੍ਹਾ, ਰਾਜਨੀਤੀ ਤਾਂ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤੇ ਕਹਿਤਾ ਕਿ ਮੈਂ ਕਾਂਗਰਸ ਵਿੱਚ ਰਹਿਣਾ ਨਹੀਂ, ਚਾਹੇ ਉਹਨਾਂ ਨੇ ਨਾਲ ਇਹ ਵੀ ਕਹੀ ਸੀ ਕਿ ਮੈਂ BJP ਨਹੀਂ ਜੁਆਇਨ ਕਰ ਰਿਹਾ। ਚਲੋ ਉਹ ਵੀ ਇੱਕ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੋ ਸਕਦੀ ਹੈ। ਪਰ ਜਦੋਂ ਉਹਨਾਂ ਨੇ ਕਾਂਗਰਸ ਵਿੱਚ ਰਹਿਣਾ ਨਹੀਂ ਤੇ ਕਾਂਗਰਸ ਨੂੰ ਕਾਊਂਟਰ ਕਰਨਾ, ਨੁਕਸਾਨ ਪਹੁੰਚਾਉਣਾ ਤੇ BJP ਦੀ
ਦੀ ਮਦਦ ਕਰਨੀ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੀ ਮਦਦ ਕਰਕੇ ਬੀਜੇਪੀ ਦੀ ਰਾਜਨੀਤੀ ਖੇਡ ਕੇ ਕੇਂਦਰ ਦੀ ਸਰਕਾਰ ਕੋਲੋਂ ਕੋਈ ਸ਼ਾਬਾਸ਼ੀ ਲੈਣੀ ਚਾਹੁੰਦੇ ਨੇ, ਤੇ ਫਿਰ ਇਹ ਸਾਨੂੰ ਨਜ਼ਰ ਆ ਰਿਹਾ ਕਿ ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਸਰਕਾਰ ਕੋਲੋਂ ਸ਼ਾਬਾਸ਼ ਲੈਣ ਲਈ ਕਰ ਰਹੇ ਨੇ, ਜਦਕਿ ਬਾਰਡਰ ਨੂੰ ਇਫੈਕਟਿਵਲੀ ਮੋਨੀਟਰ ਕਰਨ ਲਈ 15 ਤੋਂ 50 ਕਿਲੋਮੀਟਰ ਐਕਸਟੈਂਡ ਕਰਨ ਦੀ ਕੋਈ ਬਹੁਤ ਵੱਡੀ ਜਸਟੀਫਿਕੇਸ਼ਨ ਸਾਨੂੰ ਨਜ਼ਰ ਨਹੀਂ ਆਉਂਦੀ। ਤਾਂ ਪੋਲੀਟੀਕਲ ਮਾਇਨੇ ਇਹਦੇ ਕੀ ਨੇ ਕਿ ਜਿਹੜੇ ਖਦਸ਼ੇ ਜਤਾ ਰਹੇ ਆ ਪ੍ਰਗਟ ਸਿੰਘ ਕਿ ਇਹਨੂੰ ਅਸਿੱਧੇ ਤੌਰ ਤੇ ਜਿਹੜਾ ਰਾਸ਼ਟਰਪਤੀ ਰਾਜ ਦੇ ਵੱਲ ਲਿਆਉਣ ਦੀ ਕੋਸ਼ਿਸ਼ ਹੈ, ਕਿ ਵਾਕਈ ਏਦਾਂ ਕੀਤਾ ਜਾ ਸਕਦਾ ਹੈ ਕਿ ਭਾਈ ਇਸ ਸਟੇਟ ਦੇ ਜਿਹੜੇ ਹਾਲਾਤ ਮਾੜੇ ਹੋ ਗਏ ਨੇ? ਕਿਉਂਕਿ ਇੱਕ ਅਕਾਲੀ ਦਲ ਵੀ ਇੱਕ ਪੋਸਟ ਜਿਹੜੀ ਸਾਂਝੀ ਕਰ ਰਹੀ ਹੈ, ਇੱਕ ਖਬਰ ਸਾਂਝੀ ਕਰ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ। ਉਦੋਂ ਉਹਨਾਂ ਨੇ ਕਿਹਾ ਸੀਗਾ, 1 ਸਾਲ ਕਹਿੰਦੇ ਪਹਿਲਾਂ ਦੀ ਗੱਲ ਹੈ, ਕਿ ਸੁਖਜਿੰਦਰ ਰੰਧਾਵਾ ਨੇ, ਤੁਹਾਨੂੰ ਚੇਤਾ ਹੋਊਗਾ, ਕਿਹਾ ਸੀਗਾ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਜਿਹੜੀ ਸੁਰੱਖਿਆ ਉਹ ਹੁਣ BSF ਦੇ ਜਵਾਨਾਂ ਦੇ ਅੰਡਰ ਹੋਊਗੀ, BSF ਦੇ ਜਵਾਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੋਊਗੀ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ। ਤਾਂ ਉਹ ਸਾਰਾ ਕੁਝ ਮੱਦੇਨਜ਼ਰ ਰੱਖਦੇ ਹੁਣ ਬਾਰਡਰ ਦੇ ਸੀਲ ਕਰਨ ਨੂੰ ਵੀ ਲੈ ਕੇ ਪੰਜਾਬ ਸਰਕਾਰ ਨੇ ਕਿਹਾ ਕਿ ਲੱਗਦਾ ਕਿ ਇਹ ਸਾਰੀਆਂ ਗੱਲਾਂ ਦੇ ਆਧਾਰ ਬਣਾ ਕੇ ਰਾਸ਼ਟਰਪਤੀ ਰਾਜ ਵੱਲ ਲਿਜਾਇਆ ਜਾ ਸਕਦਾ ਸਾਰੀਆਂ ਚੀਜ਼ਾਂ ਨੂੰ। ਸੁਖਵਿੰਦਰ ਦੇਖੋ, ਜਿਹੜੇ ਇਸ ਕਿਸਮ ਦੇ ਖਦਸ਼ੇ ਨੇ, ਤੁਹਾਨੂੰ ਮੈਂ ਦੱਸਾਂ ਕਿ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਉਹਦੀ ਪ੍ਰੈਜ਼ੈਂਸ ਵੀ ਸੂਬਿਆਂ 'ਚ ਹੁੰਦੀ ਹੈ। ਚਲੋ ਪੰਜਾਬ ਵਿੱਚ ਕੋਈ ਨਿਊਕਲੀਅਰ ਪਲਾਂਟ ਨਹੀਂ ਹੈਗਾ, ਨਿਊਕਲੀਅਰ ਪਲਾਂਟ ਦੀ ਸਿਕਿਉਰਿਟੀ ਵੀ ਸੈਂਟਰਲ ਗਵਰਨਮੈਂਟ ਕੋਲ ਹੁੰਦੀ ਆ। ਜਿਹੜੇ ਏਅਰਪੋਰਟਸ ਨੇ ਉਹਦੀ ਸਿਕਿਉਰਿਟੀ ਸੈਂਟਰਲ ਫੋਰਸਿਸ ਕੋਲ ਹੁੰਦੀ ਹੈ। ਸੋ ਜਿਹੜੀ ਜੇਲ੍ਹਾਂ ਦੀ ਸਿਕਿਉਰਿਟੀ ਵਾਲੀ ਗੱਲ ਹੈ ਨਾ, ਉਹਨੂੰ ਆਪਾਂ ਇਸ ਤਰ੍ਹਾਂ ਮਿਸਇੰਟਰਪ੍ਰੀਟ ਨਾ ਕਰੀਏ। ਪ੍ਰਗਟ ਸਿੰਘ ਦਾ ਤਾਂ ਕਹਿਣਾ ਇਹ ਮਤਲਬ ਇਹ ਹੈ ਕਿ ਜੇਕਰ ਤੁਸੀਂ ਸੂਬੇ ਦੇ ਬਹੁਤ ਵੱਡੇ ਹਿੱਸੇ ਵਿੱਚ BSF ਨੂੰ ਇਸ ਕਿਸਮ ਦੇ ਅਧਿਕਾਰ ਖੇਤਰ ਦੇ ਦਿੰਦੇ ਹੋ, ਫਿਰ ਤਾਂ ਇੰਡਾਇਰੈਕਟਲੀ ਜਿਹੜਾ ਪੰਜਾਬ ਦਾ ਸੂਬੇ ਦਾ ਅੱਧੇ ਤੋਂ ਵੱਧ ਹਿੱਸਾ ਉਹ ਸੈਂਟਰ ਦੀ ਗਵਰਨਮੈਂਟ BSF ਦੇ ਥਰੂ ਲਾਅ ਐਂਡ ਆਰਡਰ ਉਹਦਾ ਕੰਟਰੋਲ ਕਰ ਰਹੀ ਹੈ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਸਰਕਾਰ ਨੂੰ ਡਿਸਮਿਸ ਕਰਕੇ ਪੰਜਾਬ ਵਿੱਚ ਕੋਈ ਗਵਰਨਰੀ ਰੂਲ ਵਾਲੀ ਗੱਲ। ਉਹਨਾਂ ਦਾ ਭਾਵ ਇਹ ਹੈ ਕਿ ਤੁਸੀਂ ਸਰਕਾਰ ਕਾਂਗਰਸ ਦੀ ਹੈ, ਲੋਕਾਂ ਦਾ ਚੁਣਿਆ ਮੁੱਖ ਮੰਤਰੀ ਹੈਗਾ, ਤੇ ਤੁਸੀਂ ਸੂਬੇ ਦੇ ਅੱਧੇ ਹਿੱਸੇ ਵਿੱਚ BSF ਨੂੰ ਉਸ ਕਿਸਮ ਦੇ ਅਧਿਕਾਰ ਖੇਤਰ ਦੇ ਦਿੱਤੇ ਜਿਹਦੇ ਸਿੱਟੇ ਵਜੋਂ ਵਾਕਿਆ ਹੀ ਇਸ ਖਿੱਤੇ ਵਿੱਚ ਲਾਅ ਐਂਡ ਆਰਡਰ ਦਾ ਬਹੁਤਾ ਹਿੱਸਾ ਸੈਂਟਰ ਗਵਰਨਮੈਂਟ ਕੋਲ ਚਲਿਆ ਜਾਏਗਾ। ਸੋ ਕ੍ਰਿਟਿਸਿਜ਼ਮ ਦਾ ਮਤਲਬ ਹੈ। ਜਿਹੜੀ ਤੁਸੀਂ ਦੂਜੀ ਗੱਲ ਕਰਦੇ ਹੋ ਸਿਕਿਉਰਿਟੀ ਵਾਲੀ, ਉਹ ਤਾਂ ਮੈਂ ਦੱਸਣਾ ਚਾਹੁੰਦਾ ਕਿ ਬੜੇ ਇਸ ਕਿਸਮ ਦੇ ਅਦਾਰੇ ਹੈਗੇ ਨੇ ਜਿੱਥੇ ਸੈਂਟਰ ਏਜੰਸੀ ਦੀ ਪ੍ਰੈਜ਼ੈਂਸ ਰਹਿੰਦੀ ਹੈ, ਪਰ ਉਹਦੇ ਹੁੰਦਿਆਂ ਹੋਇਆਂ ਕੋਈ ਪੰਜਾਬ ਦੇ ਲਾਅ ਐਂਡ ਆਰਡਰ ਦੀ ਜਿਹੜਾ ਸਬਜੈਕਟ ਆ ਉਹ ਸੂਬੇ ਕੋਲੋਂ ਖੁੱਸ ਕੇ ਸੈਂਟਰ ਕੋਲ ਨਹੀਂ ਚੱਲ ਜਾਂਦਾ। ਇਹ ਤਾਂ ਸਥਿਤੀ ਇਸ ਕਿਸਮ ਦੀ ਹੈਗੀ ਹੈ ਕਿ ਤੁਸੀਂ ਲਗਭਗ ਪੰਜਾਬ ਦੇ ਅੱਧੇ ਹਿੱਸੇ ਵਿੱਚ BSF ਨੂੰ ਉਸ ਕਿਸਮ ਦੇ ਅਧਿਕਾਰ ਖੇਤਰ ਦੇ ਦਿੱਤੇ ਜਿਨ੍ਹਾਂ ਅਧਿਕਾਰ ਖੇਤਰ ਦੇ ਹੁੰਦਿਆਂ ਹੋਇਆਂ ਜਿਹੜੀ ਪੰਜਾਬ ਦੇ ਲਾਅ ਐਂਡ ਆਰਡਰ ਦਾ ਜੁਰਿਸਡਿਕਸ਼ਨ ਵਾਲੀ ਗੱਲ ਆ ਉਹਦਾ ਮੀਨਿੰਗ ਨਹੀਂ ਵੱਜ ਜਾਂਦਾ ਜੀ। ਸੋ ਖਦਸ਼ੇ ਇਹ ਨੇ ਜੀ। ਸੋ ਪ੍ਰਗਟ ਸਿੰਘ ਦਾ ਜਿਹੜਾ ਮੀਨਿੰਗ ਹੈ ਨਾ, ਉਹ ਇੰਡਾਇਰੈਕਟਲੀ ਇਹ ਹੈ ਕਿ ਤੁਸੀਂ ਪੰਜਾਬ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਹੋਇਆਂ ਇਸ ਕਿਸਮ ਦੇ ਹਾਲਾਤ ਪੈਦਾ ਕਰ ਦਿੱਤੇ ਨੇ ਜਿੱਥੇ ਸੂਬੇ ਦੇ ਅੱਧੇ ਹਿੱਸੇ ਵਿੱਚ BSF ਡਿਪਲਾਈ ਕਰ ਦਿੱਤੀ ਗਈ, ਉਹਦਾ ਅਧਿਕਾਰ ਖੇਤਰ ਵਧਾ ਦਿੱਤਾ ਗਿਆ, ਜਿਹੜੀ ਕਿ ਜਿਸ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ, ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵੱਲੋਂ, ਕੀ ਲੱਗਦਾ ਕਿ ਇਹ ਫੈਸਲਾ ਜਿਹੜਾ ਕੇਂਦਰ ਸਰਕਾਰ ਵਾਪਸ ਲੈ ਸਕਦੀ? ਦੇਖੋ, ਇਹ ਜਿਹੜੀ ਤੁਸੀਂ ਸਵਾਲ ਪੁੱਛ ਰਹੇ ਹੋ ਨਾ, ਇਹਦੇ ਦੋ ਪਹਿਲੂ ਨੇ। ਇੱਕ ਪਹਿਲੂ ਹੈਗਾ ਕਾਨੂੰਨੀ, ਇੱਕ ਹੈਗਾ ਰਾਜਨੀਤਿਕ। ਕਾਨੂੰਨੀ ਤੌਰ ਤੇ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਕਿ ਸੈਂਟਰ ਗਵਰਨਮੈਂਟ ਦਾ ਇਹ ਅਧਿਕਾਰ ਖੇਤਰ ਹੈਗਾ ਜੀ। ਇਸ ਕਿਸਮ ਦੀਆਂ ਪਾਵਰ ਸੈਂਟਰ ਗਵਰਨਮੈਂਟ ਨੋਟੀਫਿਕੇਸ਼ਨ ਕਰਕੇ ਕਰ ਸਕਦੀ ਹੈ ਜੀ। ਜਿਹੜੀ ਗੱਲ ਤੁਸੀਂ ਪੋਲੀਟੀਕਲ ਕਰਦੇ ਹੋ, ਮੈਨੂੰ ਇਹ ਲੱਗਦਾ ਹੈ ਕਿ ਜੇ ਫਾਰ ਐਗਜ਼ਾਮਪਲ ਪੰਜਾਬ ਵਿੱਚ, ਵੈਸਟ ਬੰਗਾਲ ਵਿੱਚ, ਚਲੋ ਅਸਾਮ ਵਿੱਚ ਤੇ BJP ਦੀ ਸਰਕਾਰ ਹੈਗੀ ਹੈ, ਵੈਸਟ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈਗੀ ਹੈ, ਤੇ ਜੇ ਵੈਸਟ ਬੰਗਾਲ ਵਿੱਚ, ਪੰਜਾਬ ਵਿੱਚ ਜਾਂ ਮੁਲਕ ਦੀਆਂ ਬਾਕੀ ਪੋਲੀਟੀਕਲ ਪਾਰਟੀਜ਼ ਜਿਹੜੀਆਂ ਕਾਂਗਰਸ ਦੇ ਖਿਲਾਫ ਨੇ, ਆਪੋਜੀਸ਼ਨ ਵਿੱਚ ਹੈਗੀਆਂ ਨੇ, ਜੇ ਉਹ ਇਹਨਾਂ ਦਾ ਰਾਜਨੀਤਿਕ ਤੌਰ ਤੇ ਵਿਰੋਧ ਕਰਦੀਆਂ ਨੇ ਕਿ ਸੈਂਟਰ ਦੇ ਇਸ ਐਕਟ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈਗੀ, ਤੇ ਜੇ ਵਿਰੋਧ ਵੱਧਦਾ ਹੈ
ਫਿਰ ਸੰਭਾਵਨਾ ਇਹ ਹੈਗੀ ਆ ਕਿ ਸ਼ਾਇਦ ਇਸ ਗੱਲ ਨੂੰ ਵਾਪਸ ਸੈਂਟਰ ਦੀ ਗਵਰਨਮੈਂਟ ਲੈ ਲਵੇ। ਕਾਨੂੰਨੀ ਤੌਰ ਤੇ ਸੈਂਟਰ ਦੀ ਸਰਕਾਰ ਇਸ ਕਿਸਮ ਦੇ ਐਕਟ ਲੈਣ ਦੀ ਸਮਰੱਥਾ ਰੱਖਦੀ ਹੈ ਜੀ। ਜਾਣੀ ਕਿ ਜੇ ਕੱਲ ਨੂੰ ਪੰਜਾਬ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਉਹ ਫੈਸਲਾ ਨਹੀਂ ਜੇਕਰ ਇੰਨੇ ਵੱਡੇ ਵਿਰੋਧ ਤੋਂ ਬਾਅਦ ਵਾਪਸ ਲਿਆ ਗਿਆ ਤਾਂ ਫਿਰ ਕੇਂਦਰ ਸਰਕਾਰ ਜਿਹੜੀ ਇਹ ਵੀ ਫੈਸਲਾ ਨਹੀਂ ਲਏਗੀ ਵਾਪਸ ਇੱਕ ਵਾਰੀ ਸਟੈਪ ਅੱਗੇ ਕਰਕੇ। ਦੇਖੋ ਜਿਹੜੀਆਂ ਚੀਜ਼ਾਂ ਸਰਕਾਰ ਨੂੰ ਫੈਸਲੇ ਲੈਣ ਲਈ ਜਾਂ ਫੈਸਲੇ ਵਾਪਸ ਲੈਣ ਲਈ ਮਜਬੂਰ ਕਰ ਸਕਦੀਆਂ ਨੇ, ਉਹ ਸਿਰਫ ਤੇ ਸਿਰਫ ਕਿਸ ਲੈਵਲ ਤੇ ਤੁਸੀਂ ਮੁਲਕ ਦੇ ਅੰਦਰ ਲੋਕਾਂ ਨੂੰ ਮੋਬਿਲਾਈਜ਼ ਕਰਦੇ ਹੋ, ਕਿਸ ਲੈਵਲ ਤੇ ਤੁਸੀਂ ਲੋਕਾਂ ਨੂੰ ਮੋਬਿਲਾਈਜ਼ ਕਰਕੇ ਸਰਕਾਰ ਦੇ ਇਸ ਕਿਸਮ ਦੇ ਫੈਸਲਿਆਂ ਦੇ ਵਿਰੋਧ ਵਿੱਚ ਲੈ ਕੇ ਆਉਂਦੇ ਹੋ, ਉਸ ਗੱਲ ਤੇ ਡਿਪੈਂਡ ਕਰੇਗਾ। ਹੁਣ ਤੁਸੀਂ ਦੇਖੋ ਨਾ, ਆਰਟੀਕਲ 370 ਖਤਮ ਕਰ ਦਿੱਤਾ ਤੇ ਆਰਟੀਕਲ 370 ਵਾਪਸ ਕਰਵਾਉਣ ਦੀਆਂ ਗੱਲਾਂ ਹੋਈਆਂ। ਲੋਕਾਂ ਨੇ ਇਸ ਗੱਲ ਨੂੰ ਮੰਦਭਾਗਾ ਕਿਹਾ, ਇਸ ਕਿਸਮ ਨੂੰ ਕ੍ਰਿਟਿਸਾਈਜ਼ ਕੀਤਾ, ਪਰ ਏਡੀ ਵੱਡੀ ਸਪੋਰਟ ਉਹ ਪਾਰਟੀਆਂ ਜਿਹੜੀਆਂ ਆਰਟੀਕਲ 370 ਨੂੰ ਵਾਪਸ ਲੈ ਜਾਣ ਦਾ ਕ੍ਰਿਟਿਸਿਜ਼ਮ ਕਰਦੀਆਂ ਸੀ, ਉਹ ਉਸ ਕਿਸਮ ਦੀ ਪੋਲੀਟੀਕਲ ਸਪੋਰਟ ਪੈਦਾ ਨਹੀਂ ਕਰ ਸਕੀਆਂ। ਸੋ ਇਹ ਤਾਂ ਡਿਪੈਂਡ ਕਰੇਗਾ ਕਿ ਇਹ ਫੈਸਲੇ ਨੂੰ ਲੈ ਕੇ ਇਹਨਾਂ ਸੂਬਿਆਂ ਦੇ ਅੰਦਰ ਆਮ, ਖਾਸ ਕਰਕੇ ਮੁਲਕ ਵਿੱਚ ਆਮ ਕਰਕੇ ਕਿਸ ਕਿਸਮ ਦਾ ਵਿਰੋਧ ਪੈਦਾ ਹੁੰਦਾ। ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿਸਾਨ ਮੋਰਚੇ ਦੀ, ਜਿਹੜੇ 3 ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਮੋਰਚਾ ਲਾਇਆ, ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਅਜੇ ਤੱਕ ਕੇਂਦਰ ਦੀ ਬੀਜੇਪੀ ਦੀ ਸਰਕਾਰ ਨੂੰ ਇਹ ਲੱਗਦਾ ਹੈ ਕਿ ਕਾਨੂੰਨ ਵਾਪਸ ਲੈਣਾ ਸਾਡੇ ਹਿੱਤ ਵਿੱਚ ਨਹੀਂ ਹੈਗਾ, ਜਾਣੀ ਕਿ ਉਹ ਮੁਲਕ ਦੀ ਰਾਜਨੀਤੀ ਬਾਰੇ ਸੋਚ। ਜਦੋਂ ਉਹਨਾਂ ਨੂੰ ਇਹ ਲੱਗਿਆ ਨਾ ਕਿ ਜਿਹੜੀ ਸਾਡੀ ਕੇਂਦਰੀ ਰਾਜਨੀਤੀ ਹੈਗੀ ਆ, ਰਾਸ਼ਟਰ ਲੈਵਲ ਦੀ ਰਾਜਨੀਤੀ ਹੈ, ਜੇ ਉਹਨਾਂ ਨੂੰ ਲੱਗਿਆ ਨਾ ਕਿ ਇਹ ਕਾਨੂੰਨ ਸਾਨੂੰ ਮਹਿੰਗੇ ਪੈ ਰਹੇ ਨੇ, ਇਹਨਾਂ ਨੂੰ ਵਾਪਸ ਲੈਣ ਦੀ ਲੋੜ ਹੈ, ਫਿਰ ਵਾਪਸ ਵੀ ਲੈ ਲੈਣਗੇ ਜੀ। ਉਹ ਵਾਪਸ ਕਿਉਂ ਨਹੀਂ ਲੈ ਰਹੇ? ਇਸ ਕਰਕੇ ਨਹੀਂ ਲੈ ਰਹੇ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪੰਜਾਬ, ਹਰਿਆਣਾ, ਪਾਰਟਸ ਆਫ ਯੂਪੀ ਛੱਡ ਕੇ ਬਾਕੀ ਮੁਲਕ ਦੇ ਹਿੱਸਿਆਂ ਵਿੱਚ ਇਸ ਕਿਸਾਨ ਸੰਘਰਸ਼ ਦਾ ਕੋਈ ਬਹੁਤ ਵੱਡਾ ਐਡਵਰਸ ਇਫੈਕਟ ਸਾਨੂੰ ਨਹੀਂ ਹੋਇਆ। ਇਹਨਾਂ ਸੂਬਿਆਂ ਵਿੱਚ ਹੋ ਰਿਹਾ ਹੈ, ਹਰਿਆਣੇ ਵਿੱਚ ਹੋ ਰਿਹਾ, ਪੰਜਾਬ ਵਿੱਚ ਹੋ ਰਿਹਾ, ਪਾਰਟਸ ਆਫ ਯੂਪੀ ਵਿੱਚ ਹੋ ਰਿਹਾ ਹੈ ਜੀ। ਸੋ ਇਸ ਕਰਕੇ ਜਿੱਦਣ ਸੈਂਟਰ ਦੀ ਸਰਕਾਰ ਨੂੰ ਇਹ ਜਾਪਿਆ ਕਿ ਸਾਨੂੰ ਮੁਲਕ ਦੇ ਅੰਦਰ ਇਹ ਚੀਜ਼ ਮਹਿੰਗੀ ਪੈ ਰਹੀ ਹੈ, ਫਿਰ 3 ਕਾਨੂੰਨ ਵੀ ਵਾਪਸ ਹੋ ਜਾਣਗੇ। ਫਿਰ ਜਿਹੜਾ 15 ਤੋਂ 50 ਕਿਲੋਮੀਟਰ ਦਾ BSF ਦਾ ਰਿਸਟ੍ਰਿਕਸ਼ਨ ਵਧਾਉਣ ਦਾ ਫੈਸਲਾ, ਇਹ ਵੀ ਵਾਪਸ ਹੋ ਜਾਏਗਾ। ਹਾਂ, ਇਹ ਗੱਲ ਸੱਚ ਹੈ ਕਿ ਕੇਂਦਰ ਦੀ ਸਰਕਾਰ ਦੀ ਜਿਹੜੀ ਰਾਜਨੀਤੀ ਹੈ ਉਹ ਹੈ ਕਿ ਕੇਂਦਰ ਨੂੰ ਮਜ਼ਬੂਤ ਕਰੋ, ਰਾਜਾਂ ਨੂੰ ਕਮਜ਼ੋਰ ਕਰੋ। ਆਰਟੀਕਲ 370 ਇਸ ਗੱਲ ਦੀ ਗਵਾਹੀ ਭਰਦਾ ਹੈ, GST ਬਣਿਆ ਇਸ ਗੱਲ ਦੀ ਗਵਾਹੀ ਭਰਦਾ ਹੈ ਜੀ। ਸੋ ਕੇਂਦਰ ਦੀਆਂ ਤਾਕਤਾਂ ਵਧੀਆਂ ਨੇ, ਸੂਬਿਆਂ ਦੀਆਂ ਤਾਕਤਾਂ ਘਟੀਆਂ ਨੇ। ਵੈਸੇ ਵੀ ਬੀਜੇਪੀ ਦੀ ਰਾਜਨੀਤੀ ਕੀ ਹੈ ਕਿ ਜੇ ਮੁਲਕ ਨੇ ਸ਼ਕਤੀਸ਼ਾਲੀ ਬਣਨਾ ਹੈ, ਫਿਰ ਕੇਂਦਰ ਦੀ ਸਰਕਾਰ ਨੂੰ ਸ਼ਕਤੀਸ਼ਾਲੀ ਹੋਣਾ ਪਵੇਗਾ। ਸੋ ਜਿਹੜਾ ਕੇਂਦਰ ਦੀ ਬੀਜੇਪੀ ਦੀ ਸਰਕਾਰ ਦਾ ਸ਼ਕਤੀਸ਼ਾਲੀ ਭਾਰਤ ਦਾ ਨੋਸ਼ਨ ਕੀ ਹੈ ਕਿ ਜੇ ਕੇਂਦਰ ਦੀ ਸਰਕਾਰ ਸ਼ਕਤੀਸ਼ਾਲੀ ਹੋਏਗੀ ਫਿਰ ਹੀ ਹਿੰਦੁਸਤਾਨ ਸ਼ਕਤੀਸ਼ਾਲੀ ਹੋਏਗਾ। ਸੋ ਇਹ ਰਾਜਨੀਤੀ ਹੈਗੀ ਹੈ ਕੇਂਦਰ ਦੀ ਸਰਕਾਰ ਦੀ। ਇਸੇ ਕਰਕੇ ਇਸ ਕਿਸਮ ਦੇ ਫੈਸਲੇ, ਆਰਟੀਕਲ 370 ਖਤਮ ਕਰ ਦਿਓ, GST ਬਣਾ ਦਿਓ ਜੀ, ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਸਟੇਟਾਂ ਵਿੱਚ ਡਿਪਲਾਈ ਕਰ ਦਿਓ, ਇਹ ਸਾਰੀਆਂ ਕੀ ਦਰਸਾਉਂਦੀਆਂ ਨੇ ਕਿ ਬੀਜੇਪੀ ਦੀ ਕੇਂਦਰ ਦੀ ਸਰਕਾਰ ਦਾ ਭਾਰਤ ਨੂੰ ਮਜ਼ਬੂਤ ਬਣਾਉਣ ਦਾ ਨੋਸ਼ਨ ਕੀ ਹੈ ਕਿ ਜੇ ਕੇਂਦਰ ਦੀ ਸਰਕਾਰ ਪਾਵਰਫੁਲ ਹੈ ਫਿਰ ਹੀ ਹਿੰਦੁਸਤਾਨ ਪਾਵਰਫੁਲ ਹੈ। ਇਹ ਨੋਸ਼ਨ ਜਿਹੜਾ ਇਹਨਾਂ ਦਾ ਪਾਵਰ ਨੂੰ ਐਕਸਰਸਾਈਜ਼ ਕਰਨ ਦਾ ਪੈਰਾਡਾਈਮ ਹੈ, ਮੈਂ ਤੁਹਾਨੂੰ ਉਹਦੇ ਬਾਰੇ ਦੱਸ ਰਿਹਾ ਜੀ। ਸੋ ਤੁਸੀਂ ਸਵਾਲ ਮੈਨੂੰ ਰੇਜ਼ ਕੀਤਾ ਸੀ ਵੀ ਇਹਦੇ ਵਾਪਸ ਲੈ ਜਾਣ ਦੀ ਕੀ ਸੰਭਾਵਨਾ ਹੈ। ਤੁਹਾਨੂੰ ਮੈਂ ਕਹਿ ਰਿਹਾ ਕਿ ਜਿਹੜਾ ਬੀਜੇਪੀ ਦਾ ਪੈਰਾਡਾਈਮ ਹੈ, ਜਿਹੜਾ ਬੀਜੇਪੀ ਦਾ ਨੋਸ਼ਨ ਹੈ, ਉਹਦੇ ਚ ਵਾਪਸ ਲੈ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਇੱਕੋ ਇੱਕ ਸੂਰਤ ਵਿੱਚ ਇਹ ਚੀਜ਼ਾਂ ਵਾਪਸ ਹੋ ਸਕਦੀਆਂ ਨੇ ਜੇ ਮੁਲਕ ਦੇ ਅੰਦਰ ਰਾਜਨੀਤਿਕ ਤਾਕਤਾਂ ਇਹਨਾਂ ਚੀਜ਼ਾਂ ਦੇ ਖਿਲਾਫ ਉੱਠਣਗੀਆਂ। ਅਦਰਵਾਈਜ਼ ਸਰ ਜੇ ਹਾਂ, ਤੁਸੀਂ ਆਪਣੀ ਗੱਲ ਪੂਰੀ ਕਰੋ ਜੀ। ਨਹੀਂ, ਮੇਰੀ ਗੱਲ ਪੂਰੀ ਹੋ ਗਈ ਆ। ਮੈਂ ਕਿਹਾ ਵੀ ਜੇ ਮਤਲਬ ਅਦਰਵਾਈਜ਼ ਕੇਂਦਰ ਦੀ ਸਰਕਾਰ ਨੂੰ ਮਤਲਬ ਇੱਕੋ ਸੂਰਤ ਵਿੱਚ ਅਸੀਂ ਮਜਬੂਰ ਕਰ ਸਕਦੇ ਹਾਂ, ਚਾਹੇ ਉਹ
ਖੇਤੀ ਕਾਨੂੰਨ ਹੋਣ, ਚਾਹੇ ਉਹ ਆਹ ਫੈਸਲਾ 15 ਤੋਂ 50 ਕਿਲੋਮੀਟਰ BSF ਦੇ ਜੁਰਿਸਡਿਕਸ਼ਨ ਦਾ ਫੈਸਲਾ ਹੋਵੇ, ਇਹਨਾਂ ਫੈਸਲਿਆਂ ਨੂੰ ਵਾਪਸ ਲੈ ਜਾਣ ਦੀ ਸੰਭਾਵਨਾ ਉਦੋਂ ਹੀ ਪੈਦਾ ਹੋਏਗੀ ਜਦੋਂ BJP ਨੂੰ ਲੱਗੇ ਕਿ ਇਹਨਾਂ ਕਾਰਨਾਂ ਕਰਕੇ ਸਾਡਾ ਵਿਰੋਧ ਵੱਧ ਰਿਹਾ ਹੈ। ਉਹ ਵਿਰੋਧ ਦੇ ਵੱਧਦਿਆਂ ਹੋਇਆਂ ਸਾਡਾ ਰਾਜਨੀਤਿਕ ਨੁਕਸਾਨ ਹੋ ਸਕਦਾ ਹੈ। ਅਦਰਵਾਈਜ਼ ਜੇ 15 ਤੋਂ 50 ਕਿਲੋਮੀਟਰ ਦੇ ਖੇਤਰ ਵਾਲੀ ਜੇ ਫੈਸਲਾ ਵਾਪਸ ਨਹੀਂ ਲਿਆ ਜਾਂਦਾ ਤਾਂ ਫਿਰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਵਿਗੜ ਵੀ ਸਕਦੇ ਆ ਪੰਜਾਬ ਦੇ ਅੰਦਰ? ਸਰਹੱਦੀ ਲੋਕਾਂ ਦੇ ਜਿਹੜੇ ਸਰਹੱਦੀ ਪਿੰਡਾਂ ਦੇ ਜਾਂ ਸਰਹੱਦੀ ਇਲਾਕਿਆਂ ਦੇ ਲੋਕ ਨੇ ਉਹ ਵਿਰੋਧ ਵੀ ਕਰ ਸਕਦੇ ਆ, ਕੱਲ ਨੂੰ ਮਾਹੌਲ ਵੀ ਵਿਗੜ ਸਕਦਾ ਹੈਗਾ। ਨਹੀਂ ਦੇਖੋ, ਇਹ ਗੱਲ ਮੈਂ ਪਹਿਲਾਂ ਕਹੀ ਸੀਗੀ ਕਿ ਮੈਂ ਇਸ ਪੱਖੋਂ ਆਸ਼ਾਵਾਦੀ ਹਾਂ, ਇਸ ਗੱਲ ਦੀ ਆਸ ਰੱਖਦਾ ਕਿ BSF ਦਾ ਜਿਹੜਾ ਇਹ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕੀਤਾ ਹੈ, ਇਹ ਵਧਣ ਦੇ ਬਾਵਜੂਦ BSF ਦੀ ਮਿਸਯੂਜ਼ ਨਹੀਂ ਕੀਤੀ ਜਾਵੇਗੀ। ਸੋ ਜੇ ਮਿਸਯੂਜ਼ ਨਹੀਂ ਹੁੰਦੀ ਫਿਰ ਲੋਕਾਂ ਲਈ ਕੋਈ ਸਮੱਸਿਆਵਾਂ ਵੱਡੇ ਪੱਧਰ ਤੇ ਪੈਦਾ ਹੋਣ, ਉਸ ਗੱਲ ਦੀ ਕਲਪਨਾ ਆਪਾਂ ਨਹੀਂ ਕਰ ਸਕਦੇ। ਹਾਂ, ਜੇ ਫॉर ਐਗਜ਼ਾਮਪਲ ਤੁਹਾਡੇ ਇਰਾਦੇ ਨੇਕ ਨਹੀਂ ਹੈਗੇ, ਤੁਸੀਂ ਡੇ ਟੂ ਡੇ ਲਾਈਫ ਵਿੱਚ ਟੈਕਨੀਕਲੀ BSF ਨੂੰ ਇਹ ਤਾਂ ਅਧਿਕਾਰ ਹੈਗਾ ਨਾ, ਉਹ ਬੰਦੇ ਨੂੰ ਫੜ ਸਕਦੇ ਨੇ, ਬੰਦੇ ਨੂੰ ਇੰਟਰੋਗੇਟ ਕਰ ਸਕਦੇ ਨੇ ਜੀ। ਜੇ ਤੁਸੀਂ ਫॉर ਐਗਜ਼ਾਮਪਲ ਬੰਦਿਆਂ ਨੂੰ ਆਈ ਵਿਸ਼ ਕੇ ਦਾ ਨਾ ਹੋਵੇ, ਜੇ ਫॉर ਐਗਜ਼ਾਮਪਲ ਤੁਸੀਂ ਰਾਜਨੀਤਿਕ ਵਿਰੋਧੀਆਂ ਨੂੰ ਫੜ ਕੇ ਇੰਟਰੋਗੇਟ ਕਰਕੇ ਜੀ ਉਹਨਾਂ ਨੂੰ ਅੰਦਰ ਦੇ ਦਵੋ, ਫਿਰ ਜਿਹੜੀ ਇਹ ਦੁਰਵਰਤੋਂ ਹੈ ਉਹ ਤਾਂ ਫਿਰ ਬਹੁਤ ਮੰਦਭਾਗੀ ਹੋਏਗੀ। ਹਾਲਾਂਕਿ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਪੱਧਰ ਤੇ ਕੰਮ ਹੋਵੇ ਜੀ। ਕੀਤਾ ਤਾਂ ਉਹਨਾਂ ਨੇ ਇਹ ਮਤਲਬ ਸੈਂਟਰਲ ਗਵਰਨਮੈਂਟ ਨੇ ਬਾਰਡਰ ਦੀ ਸਿਕਿਉਰਿਟੀ ਨੂੰ ਮੈਨ ਕਰਨ ਵਾਲੀ ਗੱਲ ਨੂੰ ਆਧਾਰ ਬਣਾ ਕੇ ਹੀ ਕੀਤਾ ਹੈ ਜੀ। ਕਿ ਵੱਡੇ ਸਕੇਲ ਤੇ BSF ਦੀ ਦੁਰਵਰਤੋਂ ਰਾਜਨੀਤਿਕ ਪਰਪਸ ਲਈ ਕੇਂਦਰ ਦੀ ਸਰਕਾਰ ਕਰੇ, ਮੈਨੂੰ ਲੱਗਦਾ ਨਹੀਂ ਕਿ ਇਦਾਂ ਹੋਏਗਾ, ਨਾ ਹੀ ਹੋਣਾ ਚਾਹੀਦਾ। ਜੇ ਹੁੰਦਾ ਫਿਰ ਉਹ ਬਹੁਤ ਵੱਡੀ ਮੰਦਭਾਗੀ ਗੱਲ ਹੋਏਗੀ। ਅਰਦਾਸ ਵੀ ਕਰਦੇ ਆ ਕਿ ਪੰਜਾਬ ਦੇ ਅੰਦਰ ਜਿਹੜੀ ਸਥਿਤੀ ਹੈ ਜਾਂ ਮਾਹੌਲ ਹੈ ਉਹ ਸ਼ਾਂਤਮਈ ਬਣਿਆ ਰਹੇ, ਭਾਈਚਾਰਕ ਜਿਹੜੀ ਸਾਂਝ ਉਹ ਪੈਦਾ ਹੁੰਦੀ ਰਹੇ। ਤਾਂ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਸਾਰੇ ਦਰਸ਼ਕਾਂ ਨੂੰ ਤੁਹਾਡਾ ਪਸੰਦ ਆਇਆ ਉਹ ਪ੍ਰੋਗਰਾਮ। ਤਾਂ ਤੁਸੀਂ ਸਾਡੇ ਨਾਲ ਜਿਹੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੁਖਵਿੰਦਰ, ਮਿਹਰਬਾਨੀ। ਸਰ ਪ੍ਰੋਫੈਸਰ ਕੁਲਦੀਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਉਹਨਾਂ ਦੇ ਵਿਚਾਰ ਜਿਹੜੇ ਜ਼ਰੂਰ ਪਸੰਦ ਆਏ ਹੋਣਗੇ, ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦੀ ਇਜਾਜ਼ਤ, ਧੰਨਵਾਦ।